तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਿਨਾਮ ਧੰਨ ਵਾਹਿਗੁਰੂ ਜੀ। ਸੁਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਕਟ ਮਰੇ ਕਬਹੂ ਨਾ ਛਾਡੈ ਖੇਤ। ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ। ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛੱਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਦੇਸ਼ ਅਤੇ ਵਿਦੇਸ਼ ਦੇ ਅੰਦਰ ਰੋਜ਼ਾਨਾ ਹੀ ਜੁੜ ਬੈਠ ਕੇ ਲੜੀਵਾਰ ਗੁਰ ਇਤਿਹਾਸ ਆਪ ਸੰਗਤ ਸਰਵਨ ਕਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਅਤੇ ਰਚਨਾ ਨੂੰ ਸਰਵਨ ਕਰਨਾ ਕੀਤਾ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ। ਉਹਨਾਂ ਦੀ ਸ਼ਹਾਦਤ ਦੀ ਦਾਸਤਾਨ, ਸ਼ਹਾਦਤ ਦਾ ਜੋ ਇਤਿਹਾਸ ਹੈ ਉਹਨੂੰ ਕਹਿਣ ਦਾ ਯਤਨ ਕਰ ਸਕੀਏ। ਆਪ ਸੰਗਤ ਅਸੀਸ ਬਖਸ਼ੋ। ਗੁਰੂ ਤੇਗ ਬਹਾਦਰ ਮਹਾਰਾਜ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਅਤੇ ਉਹਨਾਂ ਗੁਰਮੁਖਾਂ ਜਿਨ੍ਹਾਂ ਨੇ ਆਪਣੀ ਜਾਨ ਨੂੰ ਤਲੀ ਦੇ ਉੱਤੇ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਅਤੇ ਸਤਿਗੁਰੂ ਮਹਾਰਾਜ ਜੀ ਦੇ ਸੀਸ ਨੂੰ ਬੇਅਦਬੀ ਹੋਣ ਤੋਂ ਰੋਕਦਿਆਂ ਹੋਇਆਂ, ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀ ਜਾਨ 'ਤੇ ਖੇਲ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸੀਸ ਦਾ, ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦਾ ਮਾਨ ਸਨਮਾਨ ਕੀਤਾ ਅਤੇ ਅੰਤਮ ਜਿਹੜੀਆਂ ਕਿਰਿਆਵਾਂ ਸਨ ਉਹ ਕਰਨੀਆਂ ਕੀਤੀਆਂ। ਗੁਰੂ ਕਿਰਪਾ ਕਰੇ। ਆਪ ਸੰਗਤ ਅਸੀਸ ਬਖਸ਼ੋ। ਮਨ ਬਿਰਤੀਆਂ ਇਕਾਗਰ ਕਰਦਿਆਂ ਆਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੀਏ। ਹਾਜ਼ਰੀ ਗੁਰੂ ਚਰਨਾਂ ਵਿੱਚ ਸਾਡੀ ਲੱਗੇ। ਕਿਰਪਾ ਕਰੋ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਨ ਕੀਤਾ ਹੈ ਕਿ ਔਰੰਗਜ਼ੇਬ ਜਿੰਦੀ ਤਵਸਬੀ ਨੀਤੀ ਦੇ ਕਰਕੇ ਜਿਹੜਾ ਸੀ ਕਸ਼ਮੀਰ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ।
ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੰਦਿਰ ਜਿਹੜੇ ਸਨ ਉਹ ਤੋੜ ਦਿੱਤੇ ਗਏ ਸਨ। ਔਰੰਗਜ਼ੇਬ ਚਾਹੁੰਦਾ ਸੀ ਕਿ ਜਿਤਨੇ ਵੀ ਹਿੰਦੂ ਨੇ ਉਹ ਭਾਵੇਂ ਲਾਲਚ ਦੇ ਕਰਕੇ, ਭਾਵੇਂ ਡਰ ਦੇ ਕਰਕੇ ਉਹ ਇਸਲਾਮ ਨੂੰ ਗ੍ਰਹਿਣ ਕਰ ਲੈਣ, ਇਸਲਾਮ ਧਰਮ ਦੇ ਵਿੱਚ ਆ ਜਾਣ। ਇਸੇ ਕਰਕੇ ਕਸ਼ਮੀਰ ਨੂੰ ਚੁਣਿਆ ਗਿਆ ਤੇ ਕਸ਼ਮੀਰੀ ਪੰਡਤਾਂ ਦੇ ਉੱਪਰ ਜਿਸ ਵੇਲੇ ਜ਼ੁਲਮ ਹੋਇਆ, ਜ਼ਬਰਦਸਤੀ ਉੱਥੇ ਕਈਆਂ ਨੂੰ ਮੁਸਲਮਾਨ ਬਣਾਇਆ ਗਿਆ। ਜ਼ਬਰਦਸਤੀ ਦੇ ਨਾਲ ਕਈਆਂ ਨੂੰ ਲਾਲਚ ਦੇ ਕਰਕੇ ਵੀ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ। ਉਹਨਾਂ ਨੇ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਸ਼ਰਨ ਵਿੱਚ ਆਉਣਾ ਕਰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਤੇ ਆਪਾਂ ਵੇਖਣ ਦਾ ਯਤਨ ਕੀਤਾ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਅਸਥਾਨ ਤੇ ਮਹਾਰਾਜ ਜੀ ਦਾ ਅਸਥਾਨ ਹੈ, ਗੁਰਦੁਆਰਾ ਭੋਰਾ ਸਾਹਿਬ, ਦਮਦਮਾ ਸਾਹਿਬ, ਸਤਿਗੁਰੂ ਮਹਾਰਾਜ ਜੀ ਨੇ ਜਿਸ ਅਸਥਾਨ ਦੇ ਉੱਪਰ ਬੈਠ ਕਰਕੇ ਉਹਨਾਂ ਦੁਖੀ ਵਿਪਰ ਜਿਹੜੇ ਚੱਲ ਕੇ ਆਏ ਸੀ ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਦੇ ਧਰਮ ਦੀ ਲਾਜ ਰੱਖਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬੈਠੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲ 9 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜੀ ਵੀ ਕੋਲ ਬੈਠੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਪੁੱਛਿਆ ਸੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਪਾਤਸ਼ਾਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ, ਇਹਨਾਂ ਦੇ ਬੱਚੇ ਕਿਉਂ ਰੋਂਦੇ ਪਏ ਨੇ, ਇਹਨਾਂ ਦੀਆਂ ਤੀਵੀਆਂ ਜਿਹੜੀਆਂ ਨਾਲ ਆਈਆਂ ਨੇ ਉਹ ਕਿਉਂ ਰੋਂਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਕਿ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਸਾਡੇ ਧਰਮ ਦੀ ਲਾਜ ਰੱਖ ਲਵੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖੋ 9 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਕਿ ਨਹੀਂ, ਸਾਨੂੰ ਐਸਾ ਜਨੇਊ ਚਾਹੀਦਾ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਥ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਨੇ, ਪਿਤਾ ਜੀ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਇਹਨਾਂ ਦਾ ਜਨੇਊ ਬਚਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਬਚਾਉਣਾ ਚਾਹੀਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੋ ਬਚਨ ਸਨ, ਇਤਿਹਾਸ ਨੇ ਉਹ ਬਚਨ ਸਾਂਭ ਕੇ ਰੱਖੇ। ਇਤਿਹਾਸ ਦੇ ਉਹ ਬਚਨ ਨੇ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਾਈਆਂ ਗੁਰ ਪ੍ਰਸਾਦੀ, ਇਹ ਮਨ ਹੋੜੀਐ, ਬਾਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੇ ਬਾਹ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਹੌਸਲਾ ਦਿੱਤਾ, ਕਹਿਣ ਲੱਗੇ ਕਿ ਤੁਸੀਂ ਆਰਾਮ ਦੇ ਨਾਲ ਘਰਾਂ ਨੂੰ ਜਾਓ, ਤੁਹਾਡੇ ਧਰਮ ਦੇ ਉੱਤੇ ਅਸੀਂ ਆਂਚ ਨਹੀਂ ਆਉਣ ਦੇਵਾਂਗੇ। ਉਹਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਬਾਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹ ਨਾ ਛੋੜੀਏ। ਜੇ ਗੁਰੂ ਨੇ ਤੁਹਾਡੀ ਬਾਹ ਪਕੜੀ ਤੇ ਗੁਰੂ ਸਿਰ ਤਾਂ ਦੇ ਦੇਵੇਗਾ ਪਰ ਤੁਹਾਡੀ ਬਾਹ ਨਹੀਂ ਛੱਡੇਗਾ। ਇੱਕ ਵਿਦਵਾਨ ਦੇ ਬਚਨ ਨੇ, ਉਹਨੇ ਕਿਹਾ ਪਾਤਸ਼ਾਹ ਬੱਚਿਓ ਘਰੇ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਮੰਦਰਾਂ ਦੇ ਬੁਝਦੇ ਦੀਵਿਆਂ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਈ ਖਾਦ ਉਸ ਪੁੱਤ ਤੇ ਪੋਤਿਆਂ ਦੀ, ਭਾਰਤ ਵਰਸ਼ ਦਾ ਬਾਗ ਤਾਈਓ ਫਲ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵਿਆਂ 'ਚ ਅੱਜ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਜਿਹੜੇ ਕਸ਼ਮੀਰੀ ਪੰਡਤ ਚੱਲ ਕੇ ਆਏ ਸਨ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੰਦਿਆਂ ਹੋਇਆਂ ਮਹਾਰਾਜ ਜੀ ਨੇ ਉਹਨਾਂ ਨੂੰ ਘਰਾਂ ਨੂੰ ਤੋਰਨਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਇਕੱਤਰ ਕੀਤਾ। ਮਾਤਾ ਗੁਜਰੀ, ਸਤਿਕਾਰਯੋਗ ਮਾਤਾ ਨਾਨਕੀ ਜੀ, ਪੁੱਤਰ ਗੋਬਿੰਦ ਰਾਏ, ਮਾਮਾ ਕਿਰਪਾਲ ਦਾਸ, ਸਾਰੇ ਪਰਿਵਾਰ ਨੂੰ ਇਕੱਤਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਆਪਣੇ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਮਦਮਾ ਸਾਹਿਬ ਦੇ ਅਸਥਾਨ, ਜਿਹੜਾ ਬਿਲਕੁਲ ਭੋਰਾ ਸਾਹਿਬ ਦੇ ਅਸਥਾਨ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ
ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਨਾਲ 5 ਸਿੱਖਾਂ ਨੂੰ ਚੁਣਿਆ ਹੈ। ਉਹ 5 ਸਿੱਖ ਕਿਹੜੇ ਨੇ? ਪਹਿਲੇ ਹਨ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ। ਇਹਨਾਂ ਦਾ ਜੇਕਰ ਪਿਛੋਕੜ ਦੇਖੀਏ ਤੇ ਇਹ ਭਾਈ ਪਿਰਾਗਾ ਜੀ ਦੇ ਪਰਿਵਾਰ ਦੇ ਵਿੱਚੋਂ ਨੇ ਤੇ ਭਾਈ ਪਿਰਾਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਸਿੱਖ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਤੇ ਉਹਨਾਂ ਨੇ ਸ਼ਹੀਦੀ ਦਾ ਫਿਰ ਜਾਮ ਵੀ ਪੀਤਾ। ਦੂਸਰਾ ਜਿਹੜਾ ਸੀ ਇਹਨਾਂ ਦੇ ਵਿੱਚ ਚੁਣਿਆ ਗਿਆ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ, ਇਹ ਦੋਨੋਂ ਸਕੇ ਭਰਾ। ਤੇ ਤੀਸਰੇ ਜਿਹੜੇ ਸਨ ਇਹਨਾਂ ਦੇ ਵਿੱਚ ਸਨ ਭਾਈ ਦਿਆਲਾ ਜੀ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਤੇ ਵੱਡੇ ਭਰਾ ਨੇ, ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਆਪਣੇ ਘਰ ਦਾ ਤੇ ਸਾਰੀ ਜ਼ਿੰਮੇਵਾਰੀ ਸੌਂਪ ਕੇ ਗਏ ਤੇ ਨਾਲ ਇਹ ਬਚਨ ਕਹੇ ਸੀ ਕਿ ਭਾਈ ਦਿਆਲੇ ਕਾ ਕਹਿਆ ਸਾਡਾ ਕਹਿਆ ਜਨ ਨਾ। ਭਾਈ ਦਿਆਲੇ ਨੂੰ ਭਾਈ ਕਹਿ ਕੇ ਪੁਕਾਰਨਾ। ਨਾਲ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਲਏ ਔਰ ਇਹਦੇ ਨਾਲ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਲੱਗਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਤੱਕ ਉਹਨਾਂ ਨੇ ਸਿੱਖੀ ਦੀ ਅਣਥੱਕ ਸੇਵਾ ਕੀਤੀ ਹੈ। ਬਾਬਾ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਨੇ, ਉਹਨਾਂ ਨੂੰ ਨਾਲ ਲਿਆ। ਤੇ ਪੰਜਵਾਂ ਸਿੱਖ ਜਿਹੜਾ ਹੈ ਉਹ ਹੈ ਭਾਈ ਊਦਾ। ਭਾਈ ਊਦਾ ਜਿਹੜਾ ਹੈ ਉਹਨਾਂ ਨੇ ਅੱਗੇ ਜਾ ਕੇ ਜਦੋਂ ਅੰਮ੍ਰਿਤ ਪਾਨ ਕੀਤਾ ਤੇ ਉਹਨਾਂ ਦਾ ਨਾਮ ਸੀ ਭਾਈ ਉਦੈ ਸਿੰਘ। ਭਾਈ ਮਨੀ ਸਿੰਘ ਜੀ ਦੇ ਇਹ ਸਕੇ ਪੁੱਤਰ ਨੇ। ਬਾਬਾ ਬਚਿੱਤਰ ਸਿੰਘ ਜੀ ਦੇ ਇਹ ਸਕੇ ਭਰਾ ਨੇ। ਭਾਈ ਉਦੈ ਸਿੰਘ, ਭਾਈ ਊਦਾ ਕਰਕੇ ਉਦੋਂ ਨਾਮ ਹੈ, ਭਾਈ ਗੁਰਦਿੱਤਾ, ਭਾਈ ਦਿਆਲਾ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ। ਇਹਨਾਂ 5 ਸਿੱਖਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਸਿੱਖੀ ਨੂੰ ਬੜੇ ਲੰਮੇ ਸਮੇਂ ਤੋਂ ਕਮਾਉਣਾ ਕੀਤਾ। ਕਿਉਂਕਿ ਭਾਈ ਦਿਆਲਾ ਜੀ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਅਸੀਂ ਇਤਿਹਾਸ ਜਦੋਂ ਪੜ੍ਹਦੇ ਹਾਂ, ਭਾਈ ਮਾਈ ਦਾਸ ਇਹਨਾਂ ਦੇ ਪਿਤਾ ਨੇ। ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫੌਜ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਨੇ। ਤੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਕਮਾਉਣ ਵਾਲੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ। ਤੇ ਭਾਈ ਊਦਾ, ਭਾਈ ਮਨੀ ਸਿੰਘ, ਭਾਈ ਦਿਆਲਾ ਜੀ ਦੇ ਪਰਿਵਾਰ ਦੇ ਵਿੱਚੋਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭੱਟ ਵਹੀ ਤਲੌਂਡਾ ਇਹ ਇੱਕ ਗ੍ਰੰਥ ਹੈ ਤੇ ਇਹਦੇ ਵਿੱਚ ਲਿਖਿਆ ਹੈ ਕਿ ਸਤਿਗੁਰੂ ਮਹਾਰਾਜ ਫਿਰ ਮਈ ਦੇ ਮਹੀਨੇ 25 ਮਈ ਸਨ 1675 ਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਤੋਂ ਤੁਰਦੇ ਨੇ। ਸਿੱਖ ਸੰਗਤ ਨਾਲ ਚੱਲ ਕੇ ਆਈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਆਨੰਦਪੁਰ ਸਾਹਿਬ ਜੀ ਦੀ ਜੂਹ ਦੇ ਬਾਹਰ ਸਾਰਿਆਂ ਨੂੰ ਰੋਕ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ ਸੀ, ਗੁਰੂ ਨਾਨਕ ਕੀ ਗੱਦੀ ਪਰ ਅਬ ਹੈ ਗੁਰੂ ਤੇਗ ਬਹਾਦਰ, ਉਹ ਕੋ ਜੋ ਮੁਹੰਮਦੀ ਕਰ ਲਿਹੋ ਤੋ ਹਮ ਹੈ ਸਭ ਸਾਦਰ। ਇਹ ਬਚਨ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਸੁਨੇਹਾ ਦੇ ਕੇ ਭੇਜ ਦਿੱਤੇ ਸੀ ਕਿ ਤੁਸੀਂ ਜਾ ਕੇ ਇੰਨਾ ਕੁ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਗੁਰੂ ਨੇ ਤੇ ਜੇ ਉਹਨਾਂ ਨੂੰ ਤੁਸੀਂ ਮੁਹੰਮਦੀ ਕਰ ਲਵੋ, ਉਹ ਕੋ ਜੋ ਮੁਹੰਮਦੀ ਕਰ ਲਿਹੋ ਤੋ ਹਮ ਹੈ ਸਭ ਸਾਦਰ। ਅਸੀਂ ਸਾਰੇ ਹੀ ਸਹਿਮਤ ਹੋ ਜਾਵਾਂਗੇ ਕਿ ਗੁਰੂ ਤੇਗ ਬਹਾਦਰ ਜੇਕਰ ਮੁਸਲਮਾਨ ਹੋ ਗਏ ਤੇ ਅਸੀਂ ਵੀ ਸਾਰੇ ਮੁਸਲਮਾਨ ਹੋ ਜਾਵਾਂਗੇ। ਉੱਥੇ ਫਿਰ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਤੋਰਦਿਆਂ ਹੋਇਆਂ ਬਚਨ ਕਹੇ, ਭੱਟ ਵਹੀ ਸਿੰਧੀ ਮੁਲਤਾਨੀ। ਉਹ ਕਹਿੰਦੇ ਉਹਨਾਂ ਨੇ ਲਿਖੇ ਬਚਨ ਕਿ ਉਹ ਆਖਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਤੁਸਾਂ ਦੀ ਰੱਖਿਆ ਬਾਬਾ ਨਾਨਕ ਕਰੇਗਾ। ਸੱਚੇ ਪਾਤਸ਼ਾਹ ਮਹਾਰਾਜ ਤੁਰਨ ਤੋਂ ਪਹਿਲਾਂ ਤਿਸ ਸਭਾ ਮੈਂ ਬਚਨ ਗੁਰ ਕੀਨਾ, ਮੈਂ ਗੁਰੂ ਗੋਬਿੰਦ ਗੁਰਿਆਈ ਦੀਨਾ। ਸੱਚੇ ਪਾਤਸ਼ਾਹ ਮਹਾਰਾਜ ਉਹ ਤੁਰਦੀ ਹੋਈ ਸੰਗਤ ਨੂੰ ਕਹਿ ਦਿੱਤਾ ਕਿ ਤੁਸੀਂ ਹੁਣ ਸਾਡੇ ਨਾਲ ਇੱਥੋਂ ਅੱਗੇ ਨਹੀਂ ਜਾਣਾ। ਮੈਂ ਸੰਗਤ ਦੇ ਵਿੱਚ ਕੱਲ ਜਿਹੜੀ ਹੈ ਉਹ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਨੂੰ ਦੇ ਦਿੱਤੀ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਜਿਸ ਵੇਲੇ ਸਤਿਗੁਰੂ ਮਹਾਰਾਜ ਤੁਰਦੇ ਪਏ ਨੇ ਤੇ ਮਹਾਰਾਜ ਮਾਤਾ ਨਾਨਕੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਅਸੀਸ ਮੰਗੀ। ਮਾਤਾ ਨਾਨਕੀ ਜੀ ਨੇ ਉਸ ਵੇਲੇ ਬਚਨ ਕਹੇ ਸੀ, ਪੁੱਤਰ ਤੁਸੀਂ ਚੱਲਿਓ, ਮੈਂ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਵਾਪਸ ਆਓ, ਪਤਾ ਸੀ ਕਿ ਭਾਣਾ ਵਰਤਣਾ ਹੈ,
ਮੈਂ ਚਾਹੁੰਦੀ ਹਾਂ ਕਿ ਤੁਹਾਡਾ ਚਿਹਰਾ ਜਿਹੜਾ ਹੈ ਉਹਦੇ ਤੇ ਕੋਈ ਉਦਾਸੀ ਸ਼ਿਕਨ ਨਾ ਹੋਵੇ, ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਹੋਣੀ ਚਾਹੀਦੀ ਹੈ। ਮਾਤਾ ਗੁਜਰੀ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਕਹੇ ਸੀ, ਸੱਚੇ ਪਾਤਸ਼ਾਹ ਮਹਾਰਾਜ ਆਪ ਚੱਲੇ ਹੋ ਸ਼ਹਾਦਤ ਦੇਣ ਵਾਸਤੇ, ਤੇ ਸੱਚੇ ਪਾਤਸ਼ਾਹ ਮੇਰਾ ਪਿੱਛੋਂ ਕੀ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ, ਨਾਨਕੀ ਇਹ ਤਾਂ ਸ਼ਹਾਦਤ ਦਾ ਜੇ ਸਿਲਸਿਲਾ ਸ਼ੁਰੂ ਹੋਣ ਲੱਗਿਆ ਏ, ਸਮਾਂ ਆਵੇਗਾ ਬਹੁਤ ਸਾਰੀਆਂ ਸਿੱਖਾਂ ਨੇ ਸ਼ਹਾਦਤਾਂ ਦੇਣੀਆਂ ਤੇ ਤੁਸੀਂ ਆਪਣੇ ਅੱਖੀਂ ਇਹਨਾਂ ਨੂੰ ਤੱਕੋਗੇ। ਮਾਤਾ ਗੁਜਰੀ ਨੇ ਉਸ ਵੇਲੇ ਬਚਨ ਕਹੇ ਸੀ, ਪਾਤਸ਼ਾਹ ਦੇਖੋ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੇ, ਤੁਹਾਡੇ ਲੜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੈਨੂੰ ਮੇਰੇ ਪਿਤਾ ਨੇ ਲਾਇਆ। ਕਰਤਾਰਪੁਰ ਦੀ ਮੈਂ ਜੰਗ ਦੇ ਵਿੱਚ ਤੁਹਾਨੂੰ ਜੂਝਦਿਆਂ ਹੋਇਆਂ ਤਲਵਾਰ ਦੇ ਜ਼ੋਹਰ ਚਲਾਉਂਦਿਆਂ ਦੇਖਿਆ। ਸੱਚੇ ਪਾਤਸ਼ਾਹ ਮਹਾਰਾਜ ਆਪ ਲੰਮਾ ਸਮਾਂ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਰਹੇ। ਮਸੰਦਾਂ ਵੱਲੋਂ ਆਪ ਜੀ ਦੇ ਉੱਪਰ ਗੋਲੀ ਵੀ ਚਲਾਈ ਗਈ। ਲੰਮਾ ਸਮਾਂ ਸਾਡੀ ਕੁੱਖ ਨੂੰ ਭਾਗ ਨਹੀਂ ਲੱਗੇ। ਮੈਂ ਹਰ ਦੁੱਖ ਤਕਲੀਫ ਨੂੰ ਖਿੜੇ ਮੱਥੇ ਇਸ ਤਰ੍ਹਾਂ ਪ੍ਰਵਾਨ ਕੀਤਾ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਸਾਥ ਮੇਰੇ ਕੋਲ ਸੀ। ਬਾਣੀ ਦੇ ਵਿੱਚ ਬਚਨ ਨੇ ਕਿ ਰੁੱਖੋ ਭੋਜਨ ਭੂਮ ਸਖੀ ਸੈਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰੈ ਸੰਗ ਸੂਖ ਬਿਹਾਤ, ਰੁੱਖਾ ਭੋਜਨ ਹੋਵੇ, ਜ਼ਮੀਨ ਦੇ ਉੱਤੇ ਵਿਛਾਉਣਾ ਪੈ ਜੇ, ਜ਼ਮੀਨ ਦੇ ਉੱਤੇ ਸੌਣਾ ਪੈ ਜਾਏ। ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਇਹ ਤਾਂ ਵੀ ਚੰਗੇ ਲੱਗਦੇ ਨੇ ਜੇਕਰ ਪਤੀ ਦਾ ਸੰਗ ਨਾਲ ਹੋਵੇ। ਤੇ ਮਾਤਾ ਗੁਜਰੀ ਨੇ ਉਸ ਵੇਲੇ ਕਿਹਾ ਸੀ, ਸੱਚੇ ਪਾਤਸ਼ਾਹ ਮਹਾਰਾਜ ਆਪ ਚੱਲਿਓ ਤੇ ਕਹਿੰਦੇ ਹੋ ਕਿ ਅਜੇ ਤਾਂ ਸ਼ਹਾਦਤਾਂ ਬਹੁਤ ਦੇਖੋਗੇ ਤੇ ਇੰਨੇ ਸਮੇਂ ਨੂੰ ਮੈਂ ਇਕੱਲੀ ਕਿਵੇਂ ਤੱਕ ਲਵਾਂਗੀ। ਮਾਤਾ ਗੁਜਰੀ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਸੀ, ਕਹਿਣ ਲੱਗੇ ਗੁਜਰੀ ਦੇਖੀ ਅਸੀਂ ਸ਼ਹਾਦਤ ਤੋਂ ਬਾਅਦ ਸਾਡਾ ਸੀਸ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਆਏਗਾ, ਤੁਸੀਂ ਸੀਸ ਦੇ ਦਰਸ਼ਨ ਕਰਨਾ ਤੇ ਸੀਸ ਦੇ ਦਰਸ਼ਨ ਕਰਨ ਲੱਗਿਆਂ ਮਨ ਨੂੰ ਟਿਕਾ ਲੈਣਾ। ਜੇ ਉਸ ਦਿਨ ਤੁਹਾਡੀ ਅੱਖ ਦੇ ਵਿੱਚੋਂ ਅਥਰੂ ਨਾ ਡਿੱਗਿਆ, ਤੁਸੀਂ ਆਪਣੇ ਆਪ ਨੂੰ ਇੰਨਾ ਕੁ ਅੰਦਰੋਂ ਪਕਿਆ ਲਿਆ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਦੇਖਿਓ ਫਿਰ ਪਹਾੜ ਤਾਂ ਡੋਲ ਸਕਦੇ ਆ, ਸਮੁੰਦਰ ਤਾਂ ਸੁੱਕ ਸਕਦੇ ਆ, ਹਵਾ ਚੱਲਣੋਂ ਰੁਕ ਸਕਦੀ ਆ, ਪਰ ਗੁਜਰੀ ਤੇਰੇ ਮਨ ਨੂੰ ਤੇਰੇ ਭਰੋਸੇ ਨੂੰ ਕੋਈ ਡੁਲਾ ਨਹੀਂ ਸਕੇਗਾ, ਤੂੰ ਡੋਲੇਂਗੀ ਕਦੇ ਨਹੀਂ। ਉੱਥੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਨਿਭਾ ਚੱਲੇ ਹੋ, ਕਿਰਪਾ ਕਰਿਓ ਮੇਰੀ ਵੀ ਨਿਭ ਜਾਏ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਨੂੰ ਜਿਹੜਾ ਸੀ ਘੁੱਟ ਕੇ ਆਪਣੇ ਕਲੇਜੇ ਦੇ ਨਾਲ ਲਾਉਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਪੁੱਤਰ ਨੂੰ ਲਾਉਂਦੇ ਨੇ ਛਾਤੀ ਦੇ ਨਾਲ ਤੇ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਫਿਰ ਤੁਰਦੇ ਨੇ। ਪਾਰ ਪੂਜਾ ਮੈਂ ਦੇ ਪਿਆਰ ਪੂਜਾ ਦੇ ਵਿੱਚ ਕਹਿੰਦੇ ਨੇ ਕਿ ਆਪਣੀਆਂ ਬਾਹਾਂ ਦੇ ਵਿੱਚ ਕੁੱਟ ਕੇ ਲੈਣਾ ਕੀਤਾ ਗੋਬਿੰਦ ਰਾਏ ਜੀ ਨੂੰ। ਫਿਰ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਤੁਰੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਹ 8 ਜੁਲਾਈ ਸਨ 1675 ਨੂੰ ਤੁਰਦੇ ਆ। 8 ਜੁਲਾਈ 1675 ਨੂੰ ਤੁਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਲ 5 ਸਿੱਖਾਂ ਨੂੰ ਲਿਆ। ਪਹਿਲਾ ਪੜਾਅ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤਾ। ਇੱਥੇ ਸਤਿਗੁਰੂ ਮਹਾਰਾਜ ਜੀ ਨੇ ਜੋ ਅਸਥਾਨ ਸਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਹਰਰਾਏ ਸਾਹਿਬ ਮਹਾਰਾਜ ਜੀ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਉਹਨਾਂ ਸਾਰੇ ਅਸਥਾਨਾਂ ਦੇ ਮਹਾਰਾਜ ਜੀ ਨੇ ਇੱਥੇ ਦਰਸ਼ਨ ਕੀਤੇ। ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਪੈਂਡਾ ਕਰਦਿਆਂ ਹੋਇਆਂ ਪਟਿਆਲੇ ਦੇ ਕੋਲ ਸੈਫਾਬਾਦ ਪਹੁੰਚਦੇ ਨੇ। ਸੈਫਾਬਾਦ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਰਮੀ ਦਾ ਜਿਹੜਾ ਚੁਮਾਸਾ ਸੀ ਇੱਥੇ ਹੀ ਬਤੀਤ ਕੀਤਾ। 3 ਸਿੱਖ ਜਿਹੜੇ ਸਨ ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਉਹ ਨਾਲ ਚੱਲਦੇ ਆ ਤੇ 2 ਸਿੱਖ ਜਿਹੜੇ ਨੇ ਭਾਈ ਗੁਰਦਿੱਤਾ ਜੀ ਤੇ ਭਾਈ ਊਦਾ ਜੀ ਉਹ ਥੋੜਾ ਪਾਸੇ ਰਹਿ ਕੇ ਚੱਲਦੇ ਨੇ ਕਿਉਂਕਿ ਮਹਾਰਾਜ ਚਾਹੁੰਦੇ ਸੀ ਕਿ ਗ੍ਰਿਫਤਾਰੀ ਜਿਹੜੀ ਹੈ ਉਹ 3 ਸਿੱਖਾਂ ਨੇ ਦੇਣੀ ਹੈ, 5 ਸਿੱਖਾਂ ਨੇ ਨਹੀਂ ਦੇਣੀ। ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਫਿਰ ਕੁਝ ਸਮਾਂ ਉੱਥੇ ਸੈਫਾਬਾਦ ਰੁਕੇ। ਸੈਫਾਬਾਦ ਤੋਂ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਵਿਖੇ ਪਹੁੰਚਦੇ ਨੇ। ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਕਿ ਪਰੰਪਰਾ ਕੀ ਰੀਤ ਮਹਾਨੀ, ਕਿਉਂਕਿ ਕਈ ਵਿਦਵਾਨ ਇਹ ਮੰਨਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਸੀ ਰਸਤੇ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ, ਪਰ ਕੁਝ ਵਿਦਵਾਨ ਕਹਿੰਦੇ ਨੇ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਿਆ ਕਿ ਔਰੰਗਜ਼ੇਬ ਜਿਹੜਾ ਹੈ ਉਸ ਵੇਲੇ ਦਿੱਲੀ ਵਿੱਚ ਨਹੀਂ ਹੈ ਤੇ ਮਹਾਰਾਜ ਫਿਰ ਦਿੱਲੀ ਨਹੀਂ ਜਾਂਦੇ, ਸੱਚੇ ਪਾਤਸ਼ਾਹ ਮਹਾਰਾਜ ਆਗਰੇ ਚਲੇ ਜਾਂਦੇ ਨੇ। ਹੁਣ ਦੇਖੋ
ਗੁਰੂ ਕਿੰਨਾ ਦਿਆਲੂ ਹੋ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇੰਨੇ ਦਿਆਲਤਾ ਦੇ ਘਰ ਨੇ ਕਿ ਇੱਕ ਆਜੜੀ ਹੈ ਜਿੰਦਾ ਨਾਂ ਹੈ ਸੈਯਦ ਅਲੀ, ਆਗਰੇ ਦਾ ਰਹਿਣ ਵਾਲਾ ਤੇ ਬੜਾ ਬਜ਼ੁਰਗ ਤੇ ਗਰੀਬ ਬਹੁਤ ਸੀ। ਮਨ ਦੇ ਵਿੱਚ ਇਹਨੇ ਖਿਆਲ ਕੀਤਾ, ਕਹਿਣ ਲੱਗੇ ਕਿ ਲੋਕ ਜਿਹੜੇ ਨੇ ਕਿਸੇ ਨੂੰ ਗ੍ਰਿਫਤਾਰ ਵੀ ਕਰਾਉਂਦੇ ਨੇ ਤੇ ਉਹਨਾਂ ਨੂੰ ਚੋਖਾ ਇਨਾਮ ਮਿਲਦਾ ਹੈ, ਤੇ ਮੈਂ ਸੁਣਿਆ ਹੈ ਕਿ ਸਿੱਖਾਂ ਦੇ ਜਿਹੜੇ ਗੁਰੂ ਨੇ ਤੇਗ ਬਹਾਦਰ ਜੀ, ਉਹ ਕਿਸੇ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਨੂੰ ਜਾਂਦੇ ਪਏ ਨੇ। ਤੇ ਸੈਯਦ ਅਲੀ ਜਿਹੜਾ ਹੈ ਉਹਨੇ ਮਨ ਦੇ ਵਿੱਚ ਇਹ ਖਿਆਲ ਬਣਾ ਲਿਆ, ਕਹਿੰਦੇ ਕਿਉਂ ਨਾ ਗੁਰੂ ਮੇਰੇ ਤੇ ਕਿਰਪਾ ਕਰੇ, ਨਹੀਂ ਗੁਰੂ ਨੇ ਗ੍ਰਿਫਤਾਰ ਹੀ ਹੋਣਾ ਹੈ, ਗੁਰੂ ਨੇ ਭਾਣਾ ਹੀ ਵਰਤਾਉਣਾ ਹੈ, ਤੇ ਮੇਰੇ ਰਾਹੀਂ ਕਿਉਂ ਇਹ ਭਾਣਾ ਨਹੀਂ ਵਰਤ ਸਕਦਾ। ਮੈਂ ਜੇ ਗ੍ਰਿਫਤਾਰ ਕਰਾ ਦੇਵਾਂਗਾ ਤੇ ਮੈਨੂੰ ਵੀ 4% ਹਕੂਮਤ ਤੋਂ ਇਨਾਮ ਵਜੋਂ ਮਿਲਣਗੇ, ਮੇਰੀ ਗਰੀਬੀ ਮੇਰਾ ਬੁਢੇਪਾ ਜਿਹੜਾ ਹੈ ਸੌਖਾ ਲੰਘ ਜਾਏਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਫਿਰ ਆਗਰੇ ਜਾਂਦੇ ਨੇ, ਆਗਰੇ ਦੀ ਧਰਤੀ ਤੇ ਮਹਾਰਾਜ ਨੇ ਫਿਰ ਕਿਸੇ ਨੇ ਪਛਾਣਿਆ ਨਹੀਂ, ਕਿਉਂਕਿ ਸੰਗਤ ਬਹੁਤੀ ਕੋਲ ਨਹੀਂ। ਮਹਾਰਾਜ ਉਜਾੜ ਜੀ ਦੇ ਵਿੱਚ ਬੈਠੇ ਨੇ। ਸੱਚੇ ਪਾਤਸ਼ਾਹ ਨੇ ਇਸ ਆਜੜੀ ਜਿਹੜਾ ਇਹਨੇ ਪਸ਼ੂ ਆਪਣੇ ਚਾਰਦਾ ਸੀ, ਸੈਯਦ ਅਲੀ ਨੂੰ ਆਵਾਜ਼ ਦੇ ਕੇ ਕਿਹਾ ਕਿ ਕੁਝ ਭੋਜਨ ਦਾ ਪ੍ਰਬੰਧ ਕਰਾ ਸਕਦਾ ਹੈ। ਇਹਨੇ ਅੱਗੋਂ ਬੇਨਤੀ ਕੀਤੀ, ਕਹਿਣ ਲੱਗਾ ਜੀ ਮੈਂ ਤਾਂ ਗਰੀਬ ਹਾਂ ਤੇ ਮੈਂ ਇੰਨੀ ਮੇਰੇ ਤੋਂ ਕਿੱਥੋਂ ਹੈਸੀਅਤ ਕਿ ਮੈਂ ਪ੍ਰਬੰਧ ਕਰ ਸਕਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਆਪਣੀ ਮੁੰਦਰੀ ਉਤਾਰ ਕਰਕੇ ਇਸ ਸੈਯਦ ਅਲੀ ਆਜੜੀ ਨੂੰ ਦੇਣਾ ਕੀਤੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਦੇਖ ਇਸ ਮੁੰਦਰੀ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਇਹਨੂੰ ਵੇਚ ਦੇਣਾ ਤੇ ਜੋ ਕੁਝ ਇੰਦਾ ਮਿਲੇ ਉਹਦਾ ਕੁਝ ਖਾਣ ਵਾਸਤੇ ਲੈ ਆਉਣਾ। ਇਹ ਫਿਰ ਮੁੰਦਰੀ ਲੈ ਕਰਕੇ ਜਦੋਂ ਬਾਜ਼ਾਰ ਦੇ ਵਿੱਚ ਗਿਆ ਤੇ ਉਹ ਮੁੰਦਰੀ ਜਿਹੜੀ ਸੀ ਬਹੁਤ ਕੀਮਤੀ ਹੋਣ ਕਰਕੇ ਜਿੱਥੋਂ ਵੇਚਣ ਵਾਸਤੇ ਗਿਆ ਉਹਨੇ ਪਛਾਣ ਕੀਤੀ, ਕਹਿਣ ਲੱਗਾ ਤੂੰ ਤੇ ਆਜੜੀ ਗਰੀਬ ਜਿਹਾ, ਤੇਰੇ ਕੋਲ ਇੰਨੀ ਕੀਮਤੀ ਮੁੰਦਰੀ ਕਿੱਥੋਂ ਆਈ। ਫਿਰ ਇਹਨੇ ਦੱਸਿਆ, ਕਹਿਣ ਲੱਗਾ ਜੀ ਇਹ ਤਾਂ ਕੁਝ ਫਕੀਰ ਬਿਰਤੀ ਦੇ ਬੈਠੇ ਹੋਏ ਨੇ ਉਜਾੜ ਜੰਗਲ ਦੇ ਵਿੱਚ, ਉਹਨਾਂ ਨੇ ਮੈਨੂੰ ਦਿੱਤੀ ਸੀ ਤੇ ਮੈਂ ਉਹਨਾਂ ਦੇ ਕਹਿਣ ਤੇ ਹੀ ਇਹਨੂੰ ਵੇਚਣ ਵਾਸਤੇ ਆਇਆ। ਉਹਨਾਂ ਕਿਹਾ ਤੂੰ ਦੱਸ ਸਕਦਾ ਹੈ ਪਤਾ? ਉਹ ਕਹਿੰਦੇ ਹਾਂ ਤੁਸੀਂ ਮੇਰੇ ਨਾਲ ਚੱਲੋ, ਮੈਂ ਦਿਖਾ ਦੇਣਾ ਹੈ। ਸਿਪਾਹੀ ਨਾਲ ਜਾਂਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉੱਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਦੇਖੋ ਗੁਰੂ ਇੰਨਾ ਦਿਆਲਤਾ ਦਾ ਘਰ ਹੈ। ਜੇਕਰ ਕੋਈ ਇਹ ਸੋਚਦਾ ਹੈ ਕਿ ਮਹਾਰਾਜ ਮੇਰੇ ਘਰ 4 ਦਿਨ ਰੋਟੀ ਤਾਂ ਪੱਕ ਸਕਦੀ ਹੈ ਜੇ ਤੁਸੀਂ ਕਿਰਪਾ ਕਰੋ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ। ਦਿੱਲੀ ਦਾ ਜਿਹੜਾ ਨਿਜ਼ਾਮ ਸੀ ਉਹ ਸੀ ਸਫੀ ਖਾਨ। ਉੱਥੋਂ ਦਾ ਜਿਹੜਾ ਕਿਲ੍ਹੇਦਾਰ ਹੈ, ਦਿੱਲੀ ਦਾ ਲਾਲ ਕਿਲ੍ਹਾ ਜਿਹੜਾ ਹੈ ਉੱਥੋਂ ਦਾ ਪ੍ਰਬੰਧ ਕਰਨ ਵਾਲਾ, ਉਹਦਾ ਨਾਂ ਹੈ ਮੁਲਫਤ ਖਾਨ। ਤੇ ਜਿਹੜਾ ਕਾਜੀ ਹੈ ਜਿਹਨੂੰ ਧਰਮ ਦੇ ਨਾਂ ਦੇ ਉੱਤੇ ਜਿਹਨੇ ਫਤਵੇ ਜਾਰੀ ਕਰਦਾ ਹੈ, ਉਹ ਕਾਜੀ ਦਾ ਨਾਂ ਹੈ ਅਬਦੁਲ ਵਾਹਬ ਵੋਰਾ। ਇਹ ਸਾਰੇ ਜਿਹੜੇ ਨੇ ਉੱਥੋਂ ਦਾ ਪ੍ਰਬੰਧ ਚਲਾਉਣ ਵਾਲੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਨਾਲ 3 ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ, ਉਹਨਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ। ਬਹੁਤ ਹੀ ਉਜਾੜ ਜੀ ਹਵੇਲੀ, ਉਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਤੇ ਸਿੱਖਾਂ ਨੂੰ ਰੱਖਿਆ ਗਿਆ। ਲੋਕ ਅਕਸਰ ਕਹਿੰਦੇ ਸੀ ਇਹ ਹਵੇਲੀ ਦੇ ਵਿੱਚ ਭੂਤ ਰਹਿੰਦਾ ਹੈ ਜਿਹੜਾ ਲੋਕਾਂ ਨੂੰ ਖਤਮ ਕਰ ਦਿੰਦਾ ਹੈ, ਉਹਨਾਂ ਨੂੰ ਮਾਰ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਡਰਾਉਣ ਵਾਸਤੇ ਵੀ ਉੱਥੇ ਰੱਖਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਉੱਥੇ ਰੁਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਥੇ ਹੀ ਭਾਈ ਮਤੀ ਦਾਸ ਜਿਹੜੇ ਗੁਰੂ ਘਰ ਦੇ ਦੀਵਾਨ ਨੇ, ਉਹਨਾਂ ਨੇ ਇਹ ਬਚਨ ਕਹੇ ਸੀ ਹੱਥ ਜੋੜ ਕੇ, ਸੱਚੇ ਪਾਤਸ਼ਾਹ ਮਹਾਰਾਜ ਜੇ ਤੁਸੀਂ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੰਨੀ ਤਾਕਤ ਕਿੱਥੋਂ ਆਈ? ਕਹਿਣ ਲੱਗਾ ਮਹਾਰਾਜ ਤੁਹਾਡੇ ਘਰ ਦਾ ਕੂਕਰ ਹਾਂ, ਤੁਹਾਡੇ ਘਰ ਦਾ ਸੇਵਕ ਹਾਂ ਤੇ ਤੁਹਾਡੀ ਬਖਸ਼ਿਸ਼ ਦੇ ਨਾਲ ਇਹ ਦਾਤ ਪ੍ਰਾਪਤ ਹੋਈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਤਾਂ ਅਸੀਂ ਵੀ ਕਰ ਸਕਦੇ ਸੀ, ਪਰ ਅੱਜ ਜਿਹੜਾ ਅਸੀਂ ਕਰਨ ਵਾਸਤੇ ਆਏ ਹਾਂ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸੀਂ ਇੱਥੇ ਭਾਣਾ ਵਰਤਾਉਣਾ ਹੈ, ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਦਾ ਜਾਮ ਪੀਣਾ ਹੈ ਤੇ ਅਸੀਂ ਕੋਈ ਵੀ ਕਰਾਮਾਤ, ਕੋਈ ਵੀ ਤਾਕਤ ਜਿਹੜੀ ਹੈ ਇੱਥੇ ਦਿਖਾਉਣੀ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਵਰਤਾਂਤ ਆਪਾਂ ਅਗਲੇ ਦੀਵਾਨ ਦੇ ਵਿੱਚ ਨਾਲ ਸਰਵਣ ਕਰਾਂਗੇ ਕਿ ਕਿਵੇਂ ਉਹਨਾਂ ਸਿੱਖਾਂ ਨੇ ਜਿਹੜੀ ਹੈ ਸ਼ਹਾਦਤ ਦਾ ਜਾਮ ਪੀਤਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਕੁਰਬਾਨ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ ਅਖੀਰ ਦੇ ਵਿੱਚ ਅਰਦਾਸ ਕਰੀਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ
ਕਿਰਪਾ ਕਰੋ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿਤੇ ਲੇਹੋ ਉਭਾਰ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ